ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਲ ਟੀਵੀ ਦਾ ਪ੍ਰੋਗਰਾਮ ਖਬਰ ਸਵੇਰ। ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਮੁੱਖ ਤੇ ਅਹਿਮ ਖਬਰਾਂ ਦੇ ਉੱਤੇ। ਸਭ ਤੋਂ ਪਹਿਲਾਂ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਫਿਰੋਜ਼ਪੁਰ ਰੈਲੀ ਤੱਕ ਨਹੀਂ ਪਹੁੰਚ ਸਕੇ, ਉਹਨਾਂ ਨੂੰ ਵਾਪਸ ਮੁੜਨਾ ਪਿਆ ਤੇ ਇਸ ਨੂੰ ਲੈ ਕੇ ਜਿੱਥੇ ਵਿਰੋਧੀ ਪੰਜਾਬ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ, ਉੱਥੇ ਹੀ ਕਾਂਗਰਸ ਦੇ ਆਪਣੀ ਸਰਕਾਰ ਤੇ ਵੱਡੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ। ਤੇ ਉਸ ਦੇ ਨਾਲ ਹੀ बीते दिन ही पंजाब कैबिनेट की अहम बैठक हुई जिस दे विच कई वड्डे फैसले ले गए ने, इस ते भी चर्चा करांगे। ते उस दे नाल ही आम आदमी पार्टी है जिहड़ी ओह मुख मंत्री दे चेहरे नूं लैके पंजाब च भंबल भुस्से दे विच है, उस ते भी चर्चा होएगी। ते उधर पंजाब सरकार शहीद किसानां दे परिवारां नूं अजिहियां किहड़ियां नौकरियां दे रही है जिस नूं लैके हुण पंजाब सरकार किसानां दे निशाने ते आ चुकी है, इस ते भी चर्चा होएगी। ते इस चर्चा दे विच साडे नाल जुड़े ने डॉक्टर भीमिंदर सिंह। सब तो पहला डॉक्टर साहब प्रोग्राम दे विच निघा स्वागत है जी। बहुत बहुत शुक्रिया, मेहरबानी, धन्यवाद गुरप्रीत जी। सब तो पहला डॉक्टर साहब, जिस तरह प्रधानमंत्री नरेंद्र मोदी नूं कल वापस मुड़ना पिया, उस नूं लैके भगवंत मान की गल करिए जां सुनील जाखड़ ने जिहड़े वो भी अपनी सरकार ते जिहड़े वड्डे सवाल चुकते नजर आ रहे हैं ते उन्होंने किते ना किते चिंता जाहिर की है कि उन्होंने चिंता ये जायज़ है। बिल्कुल, देखो जिस किस्म का कल उत्थे खलारा पिया प्रधानमंत्री जी की रैली दे विच या कह दईए कि बीजेपी की रैली दे विच, ਉਹ ਪਹਿਲੀ ਗੱਲ ਤਾਂ ਕਿ ਕਾਫੀ ਹੁਣ ਦੁਰਭਾਗਪੂਰਨ ਕਿਹਾ ਜਾ ਸਕਦਾ ਹੈ। ਔਰ ਜਦੋਂ ਅਸੀਂ ਦੂਜਾ ਪਾਸਾ ਵੇਖਦੇ ਆ ਇਹ ਸਾਰੀ ਘਟਨਾ ਦਾ, ਤਾਂ ਇਹਦੇ ਵਿੱਚ ਸਿਆਸਤ ਹੁੰਦੀ ਜ਼ਿਆਦਾ ਨਜ਼ਰ ਆ ਰਹੀ ਹੈ। ਇਹਦੇ ਵਿੱਚ ਬੀਜੇਪੀ ਵੀ ਸਿਆਸਤ ਕਰ ਰਹੀ ਹੈ ਔਰ ਕਾਂਗਰਸ ਵੀ ਸਿਆਸਤ ਕਰਦੀ ਹੈ। ਔਰ ਆਪਾਂ ਨੂੰ ਵੀ ਪਤਾ ਹੈ ਕਿ ਕਿਉਂਕਿ ਇਸ ਵੇਲੇ ਚੋਣਾਂ ਦਾ ਮਾਹੌਲ ਪੱਕਿਆ ਹੋਇਆ ਹੈ ਔਰ ਬੀਜੇਪੀ ਇਹ ਦੋਸ਼ ਲਾ ਰਹੀ ਹੈ ਕਿ ਇਹ ਜਿਹੜਾ ਹੈਗਾ ਜਾਣ ਬੁੱਝ ਕੇ ਕਾਂਗਰਸ ਦੇ ਦੁਆਰਾ ਕੀਤਾ ਗਿਆ। ਔਰ ਕਾਂਗਰਸ ਇਹ ਕਹਿ ਰਹੀ ਹੈ ਕਿ ਉਹਨਾਂ ਦੇ ਚੰਨੀ ਸਾਹਿਬ ਨੇ ਜਿਹੜਾ ਕਿਹਾ ਕਿ ਉਹਨਾਂ ਕੋਲ ਇਕੱਠ ਨਹੀਂ ਹੋਇਆ ਔਰ ਕੁਰਸੀਆਂ ਸਾਰੀਆਂ ਖਾਲੀ ਸੀਗੀਆਂ, ਇਸ ਕਰਕੇ ਫਲॉप ਸ਼ੋਅ ਸੀਗਾ ਔਰ ਉਸ ਫਲॉप ਸ਼ੋਅ ਨੂੰ ਕਾਂਗਰਸ ਦੇ ਸਿਰ ਮੜਿਆ ਜਾ ਰਿਹਾ ਹੈ। ਪਰ ਦੂਜੇ ਪਾਸੇ ਆਪਾਂ ਵੇਖਦੇ ਹਾਂ ਕਿ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹ ਇਸ ਆਪਣੀ ਕਸ਼ਮਕਸ਼ ਦੇ ਵਿੱਚ ਪੰਜਾਬ ਨੂੰ ਝੋਕਣਾ ਚਾਹੁੰਦੀਆਂ ਨੇ, ਪੰਜਾਬ ਦੇ ਲੋਕਾਂ ਨੂੰ ਝੋਕਣਾ ਚਾਹੁੰਦੀਆਂ ਨੇ। क्योंकि कोई कह रहा है जी इत्थे राष्ट्रपति राज लगा दो। कल कैप्टन साहब ने भी यही गल कही है कि इहदे विच जिहड़ा हैगा चन्नी साहब दा दोष है और सरकार जिहड़ी हैगी है वो कोई काम नहीं कर रही, इस करके राष्ट्रपति राज लगना चाहिए है। सो इस तरह तुसीं देखोगे कि अज भी आपां देखांगे 11 बजे जिहड़ा बीजेपी दा जिहड़ा जथा होएगा वो मिलण लई जाएगा राजपाल नूं। सो ਉਹਨੂੰ ਮੰਗ ਕਰੇਗਾ ਕਿ ਰਾਸ਼ਟਰਪਤੀ ਰਾਜ ਜਿਹੜਾ ਹੈਗਾ ਲਗਾਇਆ ਜਾਏ। ਸੋ ਕਹਿਣ ਦਾ ਮਤਲਬ ਹੈ ਕਿ ਸਾਰਾ ਚੀਜ਼ ਜਿਹੜਾ ਹੈਗਾ ਸਿਆਸਤ ਕਰਕੇ, ਕਿਉਂਕਿ ਚੋਣਾਂ ਨੇੜੇ ਨੇ ਔਰ ਚੋਣਾਂ ਦਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਵੋਟਾਂ ਦਾ ਪੋਲਰਾਈਜੇਸ਼ਨ ਜਿਹੜਾ ਹੈਗਾ ਉਹਨੂੰ ਕਰਨ ਦੀ ਕੋਸ਼ਿਸ਼ ਹੈ ਕਿ ਕਿਵੇਂ ਵੱਧ ਤੋਂ ਵੱਧ ਵੋਟਾਂ ਪਾਈਆਂ ਜਾ ਸਕਣ। ਬੀਜੇਪੀ ਚਾਹੁੰਦੀ ਹੈ ਕਿ ਸਾਡੀ ਜਿਹੜੀ ਵੋਟ ਬੈਂਕ ਹੈ ਉਹ ਵਧਣੀ ਚਾਹੀਦੀ ਹੈ ਇਸ ਰੈਲੀ ਤੋਂ ਬਾਅਦ, ਔਰ ਕਾਂਗਰਸ ਇਹ ਚਾਹੁੰਦੀ ਹੈ ਕਿ ਸਾਡੀਆਂ ਜਿਹੜੀਆਂ ਨੇ ਕਿਸਾਨ ਵੋਟਾਂ ਨੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਸੋ ਕਹਿਣ ਦਾ ਮਤਲਬ ਹੈ ਕਿ ਇਸ ਸਾਰੀ ਕਸ਼ਮਕਸ਼ ਦੇ ਵਿੱਚ ਇੱਕ ਪਾਸੇ ਕਰੋਨਾ ਦਾ ਦੌਰ ਚੱਲ ਰਿਹਾ ਹੈ, ਰਾਤ ਦਾ ਕਰਫਿਊ ਜਾਰੀ ਹੈ ਔਰ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣਾ ਧਿਆਨ ਰੱਖੋ। ਦੂਜੇ ਪਾਸੇ ਵੱਡੀਆਂ ਵੱਡੀਆਂ ਰੈਲੀਆਂ ਦੇ ਵਿੱਚ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾ ਰਹੀ, ਵੱਡੇ ਵੱਡੇ ਇਕੱਠ ਕੀਤੇ ਜਾ ਰਹੇ ਨੇ, ਵਿਰੋਧ ਹੋ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾਇਆ ਜਾ ਰਿਹਾ ਹੈ। ਔਰ ਆਪਾਂ ਨੇ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਸਕੂਲ ਬੰਦ ਕੀਤੇ ਗਏ, ਵਿਦਿਆਰਥੀ ਵਿਚਾਰੇ ਆ ਉਹਨਾਂ ਦੀ ਜਿਹੜੀ ਹੈਗੀ ਹੈ ਐਜੂਕੇਸ਼ਨ ਤਬਾਹ ਹੋ ਰਹੀ ਹੈ, ਕਾਲਜ ਬੰਦ ਕੀਤੇ ਗਏ, ਯੂਨੀਵਰਸਿਟੀਆਂ ਬੰਦ ਕਰਨ ਦੇ ਆਰਡਰ ਦਿੱਤੇ ਗਏ ਔਰ ਦੂਜੇ ਪਾਸੇ ਇਦਾਂ ਦੀਆਂ ਰੈਲੀਆਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਵੱਧ ਤੋਂ ਵੱਧ ਇਕੱਠ ਕੀਤਾ ਜਾਏ, ਬੱਸਾਂ ਭਰ ਕੇ ਆ ਰਹੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਸਾਰੀਆਂ ਚੀਜ਼ਾਂ ਵੋਟ ਬੈਂਕ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵੀ ਇੱਕ ਦੂਜੇ ਦੇ ਉੱਤੇ ਇਸ ਲਈ ਨਿਸ਼ਾਨਾ ਸਾਧ ਰਹੀਆਂ ਨੇ ਤਾਂ ਕਿ ਵੋਟ ਬੈਂਕ ਜਿਹੜਾ ਹੈ ਉਹਨਾਂ ਦਾ ਨਾਂ ਖਿਸਕੇ। ਔਰ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਜਿਹੜੀਆਂ ਵਿੱਚੋਂ ਵਿਰੋਧੀ ਆਵਾਜ਼ਾਂ ਆ ਰਹੀਆਂ ਨੇ, ਖਾਸ ਤੌਰ ਤੇ ਤੁਸੀਂ ਜਾਖੜ ਸਾਹਿਬ ਦਾ ਜ਼ਿਕਰ ਕੀਤਾ ਹੈ ਔਰ ਇਸੇ ਤਰ੍ਹਾਂ ਤੁਸੀਂ ਰਾਣਾ ਗੁਰਜੀਤ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਉਹਨਾਂ ਨੇ ਵੀ ਗ੍ਰਹਿ ਮੰਤਰੀ ਦੇ ਪੰਜਾਬ ਦੇ ਗ੍ਰਹਿ ਮੰਤਰੀ ਰੰਧਾਵਾ ਸਾਹਿਬ ਨੇ ਉਹਨਾਂ ਦੇ ਉੱਤੇ ਔਰ ਡੀਜੀਪੀ ਦੇ ਉੱਤੇ ਵੱਡੇ ਸਵਾਲ ਚੁੱਕੇ ਨੇ। ਸੋ ਇਸੇ ਤਰ੍ਹਾਂ ਆਪਣੀ ਪਾਰਟੀ ਦੇ ਜਿਹੜੇ ਲੋਕ ਨੇ
ਜੇ ਉਹਦੇ ਪੰਜਾਬ ਦੀ ਕਾਂਗਰਸ ਦੇ ਵਿੱਚ ਅਨੁਸ਼ਾਸਨ ਨਹੀਂ ਹੈ ਤਾਂ ਲਾਜ਼ਮੀ ਤੌਰ ਤੇ ਇਹਦਾ ਮਤਲਬ ਹੈ ਕਿ ਪੰਜਾਬ ਦੀ ਕਾਂਗਰਸ ਆਪਸ ਦੇ ਵਿੱਚ ਪਾਟੋ ਤਾਪ ਜਿਹੜੀ ਹੈਗੀ ਆ ਉਹ ਉਹਦੀ ਸ਼ਿਕਾਰ ਹੋ ਚੁੱਕੀ ਹੈ। ਜੀ ਗੁਰਪ੍ਰੀਤ ਜੀ। ਜੇ ਡਾਕਟਰ ਸਾਹਿਬ ਆਪਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਗੱਲ ਕਰੀਏ, ਮੁੱਖ ਮੰਤਰੀ ਦੀ ਇੱਕ ਸੰਵਿਧਾਨਕ ਅਹੁਦੇ ਨੇ। ਜੇਕਰ ਪ੍ਰਧਾਨ ਮੰਤਰੀ ਨੇ ਕਿਸੇ ਸਟੇਟ ਦੇ ਵਿੱਚ ਆਉਂਦੇ ਨੇ, ਖਾਸ ਕਰਕੇ ਜੇ ਪੰਜਾਬ ਦੇ ਵਿੱਚ ਆਏ ਨੇ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਮੁੱਖ ਮੰਤਰੀ ਹੈ ਜਿਹੜਾ ਉਹਨਾਂ ਨੂੰ ਜਿਹੜੀ ਸੁਰੱਖਿਆ ਦੇ ਇੰਤਜ਼ਾਮ ਸੀ ਕਰਨੇ ਚਾਹੀਦੇ ਸੀਗੇ। ਫਿਰੋਜ਼ਪੁਰ ਰੈਲੀ ਤੱਕ ਜਾਣ ਦੇ ਲਈ ਜਿਹੜੇ ਸੁਰੱਖਿਆ ਦੇ ਇੰਤਜ਼ਾਮ ਹੈ ਉਹ ਕਿਤੇ ਨਾ ਕਿਤੇ ਕਮੀ ਹੈ ਜਿਹੜੀ ਪੰਜਾਬ ਸਰਕਾਰ ਤੋਂ ਰਹੀ ਹੈ। ਬਿਲਕੁਲ, ਉਹ ਕੋਈ ਕਮੀ ਕੋਈ ਇਹ ਨਹੀਂ ਕਿ ਇਦਾਂ ਹੀ ਰਹਿ ਗਈ, ਉਹ ਬਿਲਕੁਲ ਬਕਾਇਦਾ ਪਲੈਨਿੰਗ ਦੇ ਤੌਰ ਤੇ ਹੀ ਹੋਈ ਹੈ। ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਐਵੇਂ ਇਹ ਜਿਹੜਾ ਹੈਗਾ ਜਦੋਂ ਪ੍ਰਧਾਨ ਮੰਤਰੀ ਆਉਂਦਾ ਹੈ ਤਾਂ 2 ਜਾਂ 3 ਰਸਤੇ ਉਹਦੇ ਲਈ ਸੁਰੱਖਿਅਤ ਰੱਖੇ ਜਾਂਦੇ ਨੇ। ਚਾਹੇ ਉਹ ਜਦੋਂ ਪਤਾ ਲੱਗ ਗਿਆ ਸੀਗਾ ਕਿ ਹਵਾਈ ਜਹਾਜ਼ ਦੇ ਰਾਹੀਂ ਉਹ ਨਹੀਂ ਜਾ ਸਕਦੇ ਕਿਉਂਕਿ ਮੌਸਮ ਖਰਾਬ ਹੋ ਚੁੱਕਿਆ ਸੀਗਾ, ਅਚਾਨਕ ਉਹਨਾਂ ਨੂੰ ਆਪਣਾ ਪ੍ਰੋਗਰਾਮ ਬਦਲਣਾ ਪਿਆ, ਤਾਂ ਲਾਜ਼ਮੀ ਤੌਰ ਤੇ ਚੰਨੀ ਸਾਹਿਬ ਦੀ ਡਿਊਟੀ ਬਣਦੀ ਸੀ, ਮੁੱਖ ਮੰਤਰੀ ਸਾਹਿਬ ਦੀ ਡਿਊਟੀ ਬਣਦੀ ਹੈ, ਗ੍ਰਹਿ ਮੰਤਰੀ ਸਾਹਿਬ ਦੀ ਵੀ ਡਿਊਟੀ ਬਣਦੀ ਹੈ, ਡੀਜੀਪੀ ਸਾਹਿਬ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਧਾਨ ਮੰਤਰੀ ਜੇਕਰ ਆਉਂਦੇ ਨੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਸੁਰੱਖਿਅਤ ਰਸਤੇ ਜਿਹੜੇ ਸੀ ਉਹ ਲੰਘਾਇਆ ਜਾਂਦਾ। ਸੋ ਕਹਿਣ ਦਾ ਮਤਲਬ ਹੈ ਕਿ ਇਹ ਕਿਤੇ ਨਾ ਕਿਤੇ ਇਹ ਜਾਣਬੁੱਝ ਕੇ ਕਰਨ ਦੀ ਕੋਸ਼ਿਸ਼ ਜ਼ਰੂਰ ਹੈ, ਕਿਉਂਕਿ ਉਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਅਸੀਂ ਕਿਸਾਨਾਂ ਦੇ ਉੱਤੇ ਨਾ ਅਸੀਂ ਲਾਠੀਆਂ ਮਾਰ ਸਕਦੇ ਹਾਂ, ਨਾ ਉਹਨਾਂ ਨੂੰ ਪਰੇ ਕਰ ਸਕਦੇ ਹਾਂ। ਉਹਨਾਂ ਨੇ ਬਕਾਇਦਾ ਬਿਆਨ ਹੈ ਚੰਨੀ ਸਾਹਿਬ ਦਾ। ਸੋ ਕਹਿਣ ਦਾ ਮਤਲਬ ਹੈ ਕਿ ਇਦਾਂ ਦੇ ਬਿਆਨ ਜਦੋਂ ਤੁਸੀਂ ਦਿੰਦੇ ਹੋ ਤਾਂ ਇਹ ਨਹੀਂ ਹੈ ਕਿ ਤੁਸੀਂ ਕਿਸਾਨਾਂ ਨੂੰ ਰੋਕੋ। ਕਿਸਾਨਾਂ ਦਾ ਇੱਕ ਉਹਨਾਂ ਦਾ ਇੱਕ ਜਿਹੜਾ ਹੈਗਾ ਅਧਿਕਾਰ ਹੈ ਕਿ ਉਹ ਵਿਰੋਧ ਜਤਾ ਸਕਦੇ ਨੇ, ਪਰ ਇਹ ਤਾਂ ਚੰਨੀ ਸਾਹਿਬ ਨੇ ਦੇਖਣਾ ਕਿ ਜੇਕਰ ਇੱਕ ਰਸਤੇ ਦੇ ਉੱਤੇ ਕਿਸਾਨ ਖੜੇ ਨੇ ਜਾਂ ਉਹ ਆਪਣਾ ਧਰਨਾ ਦੇ ਰਹੇ ਨੇ ਤਾਂ ਲਾਜ਼ਮੀ ਤੌਰ ਤੇ ਕੋਈ ਦੂਸਰਾ ਰਸਤਾ ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ। ਇਹ ਤਾਂ ਹੁੰਦਾ ਨਹੀਂ ਕਿ ਇੱਕੋ ਹੀ ਰਸਤੇ ਦੇ ਰਾਹੀਂ ਤੁਸੀਂ ਜਾ ਸਕਦੇ ਹੋ, ਕਈ ਰਸਤੇ ਤੁਹਾਨੂੰ ਜਿਹੜਾ ਹੈਗਾ ਸੇਫ ਸਾਈਡ ਜਿਹੜੀ ਹੈਗੀ ਹੈ ਉਹ ਰੱਖਣੀ ਪੈਂਦੀ ਹੈ। ਸੋ ਉਹ ਚੀਜ਼ ਉੱਥੇ ਜਿਹੜੀ ਹੈਗੀ ਆ ਚੂਕ ਜ਼ਰੂਰ ਹੋਈ ਹੈ। ਚੰਨੀ ਸਾਹਿਬ ਚਾਹੇ ਇਹਨੂੰ ਜਾਣਬੁੱਝ ਕੇ ਕਹੋ ਚਾਹੇ ਅਣਗਹਿਲੀ ਕਹਿ ਲਓ ਕਿ ਇਹ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਸਰਕਾਰ ਹੈ, ਇਸ ਵੇਲੇ ਚੰਨੀ ਸਰਕਾਰ ਹੈ, ਉਹ ਆਪਣੀ ਇਸ ਅਣਗਹਿਲੀ ਦੇ ਵਿੱਚ ਘਿਰਦੀ ਜ਼ਰੂਰ ਨਜ਼ਰ ਆ ਰਹੀ ਹੈ। ਔਰ ਇਸੇ ਕਰਕੇ ਉਹਨਾਂ ਦੇ ਜਿਹੜੇ ਆਪਣੇ ਨੁਮਾਇੰਦੇ ਨੇ ਕਾਂਗਰਸ ਦੇ, ਚਾਹੇ ਜਾਖੜ ਸਾਹਿਬ ਹੋਣ ਚਾਹੇ ਰਾਣਾ ਗੁਰਜੀਤ ਹੋਰੀ ਹੋਣ, ਉਹ ਵੱਡੇ ਸਵਾਲ ਜਿਹੜੇ ਨੇ ਆਪਣੀ ਕਾਂਗਰਸ ਦੇ ਉੱਤੇ, ਆਪਣੀ ਸਰਕਾਰ ਦੇ ਉੱਤੇ ਚੁੱਕਦੇ ਨਜ਼ਰ ਆ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਦਾਂ ਦੀ ਚੂਕ ਜਿਹੜੀ ਹੈਗੀ ਹੈ ਉਹ ਨਹੀਂ ਹੋਣੀ ਚਾਹੀਦੀ। ਔਰ ਦੂਜੀ ਵੱਡੀ ਗੱਲ ਹੈ ਜਿਹੜੀ ਬੀਜੇਪੀ ਇਸ ਚੂਕ ਦੇ ਰਾਹੀਂ ਸਿਆਸਤ ਕਰਦੀ ਨਜ਼ਰ ਆ ਰਹੀ ਹੈ, ਔਰ ਸਿਆਸਤ ਆਪਸ ਦੇ ਵਿੱਚ ਹੋਣੀ ਚਾਹੀਦੀ ਹੈ, ਨਾ ਕਿ ਉਹਦਾ ਖਮਿਆਜਾ ਜਿਹੜਾ ਹੈਗਾ ਪੰਜਾਬ ਦੇ ਲੋਕ ਭੁਗਤਣ। ਯਾਨੀ ਕਿ ਤੁਸੀਂ ਪੰਜਾਬ ਨੂੰ ਇਸ ਲਈ ਤੁਸੀਂ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਦੇ ਹੋ ਕਿ ਚੰਨੀ ਸਾਹਿਬ ਨੇ ਜਿਹੜੀ ਹੈਗੀ ਭੁੱਲ ਕੀਤੀ ਹੈ, ਸੋ ਉਹਦਾ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਨਹੀਂ ਭੁਗਤਣਾ ਚਾਹੀਦਾ। ਇਹਨਾਂ ਦੀ ਆਪਸੀ ਬਿਆਨਬਾਜ਼ੀ, ਆਪਸੀ ਸਿਆਸਤ ਜ਼ਰੂਰ ਹੋਵੇ, ਸਾਨੂੰ ਕੋਈ ਦਿੱਕਤ ਨਹੀਂ ਹੈ, ਪਰ ਜਦੋਂ ਉਹਦਾ ਖਮਿਆਜਾ ਤੁਸੀਂ ਜਦੋਂ ਭੁਗਤਣਾ ਚਾਹੁੰਦੇ ਹੋ ਕਿ ਸਜ਼ਾ ਕਿਹਨੂੰ ਦੇ ਰਹੇ ਹੋ? ਸਜ਼ਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹੋ। ਪੰਜਾਬ ਦੇ ਲੋਕਾਂ ਨੂੰ ਦੇਣਾ ਤਾਂ ਕੀ ਸੀ? ਪ੍ਰਧਾਨ ਮੰਤਰੀ ਨੇ ਇੱਥੇ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਬਹੁਤ ਵੱਡੀਆਂ ਅਨਾਉਂਸਮੈਂਟਾਂ ਕਰਾਂਗੇ, ਤੁਹਾਡਾ ਕਰਜ਼ਾ ਮਾਫ ਕਰ ਦਾਂਗੇ, ਕਿਸਾਨੀ ਦਾ ਕਰਜ਼ਾ ਮਾਫ ਕਰ ਦਾਂਗੇ, ਅਫਵਾਹਾਂ ਇਦਾਂ ਦੀਆਂ ਫੈਲਾਈਆਂ ਗਈਆਂ। ਪਰ ਹੋ ਕੀ ਰਿਹਾ? ਹੋ ਇਹ ਰਿਹਾ ਕਿ ਇਸ ਬਿਨਾਹ ਦੇ ਉੱਤੇ ਕਿਉਂਕਿ ਚੰਨੀ ਸਾਹਿਬ ਨੇ ਉਹਨਾਂ ਨੂੰ ਰਸਤਾ ਨਹੀਂ ਦਿੱਤਾ, ਇਸ ਕਰਕੇ ਪੰਜਾਬ ਨੂੰ ਤੁਸੀਂ ਜਿਹੜਾ ਹੈਗਾ ਰਾਸ਼ਟਰਪਤੀ ਰਾਹ ਦੇ ਉੱਤੇ ਜਿਹੜਾ ਹੈਗਾ ਤੋਰ ਦਿਓ। ਸੋ ਕਹਿਣ ਦਾ ਮਤਲਬ ਹੈ ਕਿ ਇਹ ਨਿਰੀਪੁਰੀ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਜਾਣਬੁੱਝ ਕੇ ਇਦਾਂ ਦਾ ਜਿਹੜਾ ਹੈਗਾ ਛੜਯੰਤਰ ਦੇ ਵਿੱਚ ਫਸਾਇਆ ਜਾ ਰਿਹਾ ਹੈ। ਕਾਟੋ ਕਲੇਸ਼ ਇਹਨਾਂ ਦਾ ਆਪਣਾ ਹੈ, ਵੋਟਾਂ ਇਹਨਾਂ ਨੇ ਆਪਣੀਆਂ ਲੈਣੀਆਂ ਨੇ, ਸਿਆਸੀ ਪਾਰਟੀਆਂ ਨੇ, ਪਰ ਪੰਜਾਬ ਦੇ ਆਮ ਲੋਕ ਜਿਹੜੇ ਸਧਾਰਨ ਲੋਕ ਨੇ ਉਹਨਾਂ ਨੂੰ ਸਜ਼ਾ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਦੇ ਰਾਹੀਂ ਜਾਂ ਕਾਂਗਰਸ ਦੇ ਰਾਹੀਂ, ਇਹ ਬਿਲਕੁਲ ਇੱਕ ਮਾੜੀ ਇੱਕ ਕੋਝੀ ਰਾਜਨੀਤੀ ਦੀ ਨਿਸ਼ਾਨੀ ਕਿਹਾ ਜਾ ਸਕਦਾ ਹੈ ਗੁਰਪ੍ਰੀਤ ਜੀ। ਤੇ ਜਿਸ ਤਰ੍ਹਾਂ ਚੋਣਾਂ ਨੇੜੇ ਆਉਂਦਿਆਂ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਕੱਲ ਬੀਤੀ ਰਾਤ ਚੰਨੀ ਸਰਕਾਰ ਦੀ, ਉਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ, ਤੇ ਇਹਨਾਂ ਨੂੰ ਕਿਵੇਂ ਦੇਖਦੇ ਹੋ? ਗੁਰਪ੍ਰੀਤ ਜੀ ਦੇਖੋ, ਇੱਕ ਪਾਸੇ ਕਾਂਗਰਸ ਸਰਕਾਰ ਜਦੋਂ ਬਾਕੀ ਪਾਰਟੀਆਂ ਵਾਅਦੇ ਕਰਦੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਵਾਅਦੇ ਕਰੇ, ਉਹਨਾਂ ਨੇ ਵੀ ਕਿਹਾ ਸੀਗਾ ਕਿ ਅਸੀਂ ਹਜ਼ਾਰ ਰੁਪਇਆ ਮਹਿਲਾਵਾਂ ਨੂੰ ਦੇਵਾਂਗੇ। ਇਸੇ ਤਰ੍ਹਾਂ ਅਕਾਲੀ ਦਲ ਨੇ ਵੀ ਬੜੇ ਵੱਡੇ ਮਹਿਲਾਵਾਂ ਨਾਲ ਵਾਅਦੇ ਕੀਤੇ ਸੀਗੇ, ਨੌਜਵਾਨਾਂ ਨਾਲ ਵਾਅਦੇ ਕੀਤੇ ਸੀਗੇ। ਪਰ ਜਦੋਂ ਚੰਨੀ ਸਰਕਾਰ ਇਹ ਕਹਿੰਦੀ ਹੈ, ਕੈਬਨਿਟ ਸਰਕਾਰ ਪਾਸ ਕਰਦੀ ਹੈ ਕੈਬਨਿਟ ਦੇ ਵਿੱਚੋਂ ਕਿ ਅਸੀਂ ਹਜ਼ਾਰ ਰੁਪਇਆ ਹਰ ਬਜ਼ੁਰਗ ਨੂੰ ਦੇਣਾ ਹੈ,
ਔਰ ਚੋਣਾਂ ਤੋਂ ਪਹਿਲਾਂ ਦੇਣਾ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਵੋਟਾਂ ਨੂੰ ਖਰੀਦਣ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਦੇ ਵਿੱਚ ਹੈ। ਔਰ ਜਿਉਂ-ਜਿਉਂ ਇਹ ਹਜ਼ਾਰ ਰੁਪਇਆ ਜਾਏਗਾ ਤਾਂ ਇੱਥੋਂ ਹੀ ਲੱਗਦਾ ਹੈ ਕਿ ਹਰ ਹਾਲਤ ਦੇ ਵਿੱਚ ਚੰਨੀ ਸਰਕਾਰ ਪੈਸੇ ਦੇ ਰਾਹੀਂ ਆਪਣਾ ਜਿਹੜਾ ਹੈਗਾ ਸਰਕਾਰੀ ਖਜ਼ਾਨੇ ਦੇ ਰਾਹੀਂ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰੇਗੀ ਔਰ ਉਹ ਕਰ ਵੀ ਰਹੀ ਹੈ। ਹਜ਼ਾਰ ਰੁਪਇਆ ਉਹਨਾਂ ਨੇ ਕਿਹਾ ਕਿ ਅਸੀਂ ਪੈਨਸ਼ਨ ਦੇ ਤੌਰ ਤੇ ਹਰ ਬਜ਼ੁਰਗ ਦੇ ਖਾਤੇ ਦੇ ਵਿੱਚ ਪਾਵਾਂਗੇ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਵੱਡੇ ਉਹਨਾਂ ਨੇ ਐਲਾਨ ਕੀਤੇ ਨੇ ਔਰ ਇਹ ਵੀ ਕਿਹਾ ਹੈ ਕਿ ਜਿਹੜਾ ਐਸਸੀ ਐਕਟ ਹੈ ਉਸ ਨੂੰ ਵੀ ਕੋਸ਼ਿਸ਼ ਕੀਤੀ ਹੈ ਕਿ ਜਿੰਨੀ ਪਰਸੈਂਟੇਜ ਉਹਨਾਂ ਦੀ ਹੈ, ਮੰਨ ਲਓ ਉਹਨਾਂ ਨੇ ਕਿਹਾ ਕਿ 32% ਨੇ ਐਸਸੀ ਭਾਈਚਾਰਾ ਜਿਹੜਾ ਹੈਗਾ ਉਹਦੇ ਜਿਹੜਾ ਹੈਗਾ ਬਜਟ ਦੇ ਵਿੱਚ 32% ਉਹਨਾਂ ਦੇ ਭਲਾਈ ਦੇ ਲਈ ਰੱਖਿਆ ਜਾਵੇ। ਇਹ ਚੰਗੀ ਗੱਲ ਹੈ, ਪਰ ਇਹ ਕਦੋਂ ਰੱਖਿਆ ਜਾਏਗਾ? ਕਿਉਂਕਿ ਬਜਟ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਖਜ਼ਾਨਾ ਤਾਂ ਖਾਲੀ ਨਜ਼ਰ ਆ ਰਿਹਾ ਹੈ। 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਪੰਜਾਬ ਦੇ ਉੱਤੇ ਔਰ ਵੱਡੀ ਰਕਮ ਹੈ ਉਹ ਇਸ ਵਿਆਜ ਦੇ ਉੱਤੇ ਹੀ ਖਰਚ ਕੀਤੀ ਜਾ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੀ ਜਿਹੜੀ ਪਲੈਨਿੰਗ ਹੈ, ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈ, ਕੈਬਨਿਟ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਨੇ ਉਹ ਵੋਟਾਂ ਨੂੰ ਧਿਆਨ ਵਿੱਚ ਰੱਖ ਕੇ ਹੋ ਰਹੀਆਂ ਨੇ। ਉਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਭਲਾ ਘੱਟ ਹੈ, ਸਗੋਂ ਵੋਟ ਬੈਂਕ ਨੂੰ ਜਿਹੜਾ ਹੈਗਾ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ। ਸੋ ਉਮੀਦ ਹੈ ਕਿ ਇਹਦੇ ਨਾਲ ਪੰਜਾਬ ਦੇ ਖਜ਼ਾਨੇ ਦੇ ਉੱਤੇ ਹੋਰ ਜ਼ਿਆਦਾ ਬੋਝ ਪਏਗਾ ਔਰ ਤੁਸੀਂ ਦੇਖੋਗੇ ਕਿ ਪੰਜਾਬ ਹੋਰ ਕਰਜ਼ਈ ਹੋਏਗਾ ਔਰ ਕਰਜ਼ਈ ਹੋਣ ਕਰਕੇ ਆਪਾਂ ਨੂੰ ਵੀ ਪਤਾ ਹੈ ਕਿ ਜੇਕਰ ਪੰਜਾਬ ਦੀ ਇਕਨੋਮੀ ਡਾਊਨ ਜਾਂਦੀ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਪੰਜਾਬ ਦਾ ਜਿਹੜਾ ਹੈਗਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ। ਪੰਜਾਬ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜੇਕਰ ਆਮਦਨ ਨਹੀਂ ਵੱਧਦੀ ਪੰਜਾਬ ਦੀ, ਜੇਕਰ ਸਾਰਾ ਖਜ਼ਾਨਾ ਜਿਹੜਾ ਹੈਗਾ ਇਸੇ ਤਰ੍ਹਾਂ ਲੁਟਾਇਆ ਜਾਏਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਨਖਾਹਾਂ ਦੇਣੀਆਂ ਵੀ ਸਰਕਾਰ ਨੂੰ ਔਖੀਆਂ ਹੋ ਸਕਦੀਆਂ ਨੇ। ਜਿਹੜੀ ਨਵੀਂ ਸਰਕਾਰ ਆਏਗੀ ਉਹਦੇ ਉੱਤੇ ਕਾਫੀ ਜਿਹੜਾ ਹੈਗਾ ਬਰਡਨ ਪਏਗਾ ਔਰ ਕਾਫੀ ਸਮੱਸਿਆਵਾਂ ਆ ਸਕਦੀਆਂ ਨੇ ਗੁਰਪ੍ਰੀਤ ਜੀ। ਤੇ ਜਿਸ ਤਰ੍ਹਾਂ ਚੋਣਾਂ ਨੇੜੇ ਆਉਂਦਿਆਂ ਹੀ ਹੁਣ ਜਿਹੜੀ ਹਰੇਕ ਕਮਿਊਨਿਟੀ ਹੈ ਉਹਨੂੰ ਕਿਤੇ ਨਾ ਕਿਤੇ ਸਿਆਸੀ ਪਾਰਟੀ ਆਪਣੇ ਵੱਲ ਖਿੱਚਣ ਦਾ ਯਤਨ ਕਰ ਰਹੀਆਂ ਨੇ। ਜਿਸ ਤਰ੍ਹਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਆਂਗਣਵਾੜੀ ਵਰਕਰਾਂ ਦੇ ਪ੍ਰੋਟੈਸਟ ਵਿੱਚ ਪਹੁੰਚੇ ਸੀ, ਉਹ ਕਹਿੰਦੇ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਹੱਲ ਕਰਾਂਗੇ, ਮੰਗਾਂ ਪੂਰੀਆਂ ਕਰਾਂਗੇ। ਤੇ ਕਿਤੇ ਨਾ ਕਿਤੇ ਹੁਣ ਚੰਨੀ ਸਰਕਾਰ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਕਿ ਹਰ ਕਮਿਊਨਿਟੀ ਨੂੰ ਪਹਿਲਾਂ ਤੋਂ ਹੀ ਮਤਲਬ ਉਹ ਜਿਹੜੇ ਐਲਾਨ ਅੱਗੇ ਕਰਨੇ ਨੇ ਉਹ ਪਹਿਲਾਂ ਤੋਂ ਹੀ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਪੂਰੀਆਂ ਕਰਨ ਦੇ ਵੱਲ ਧਿਆਨ ਦਿੰਦੇ ਨਜ਼ਰ ਆ ਰਹੇ ਨੇ। ਭਾਵੇਂ ਆਂਗਣਵਾੜੀ ਵਰਕਰਾਂ ਦੇ ਜਿਹੜੇ ਪੈਸੇ ਵਧਾਏ ਸੀ ਉਹ ਹੁਣ ਮਹਿਲਾਵਾਂ ਦੇ ਪੈਸੇ ਵਧਾਏ ਨੇ ਉਹ, ਤੇ ਜਿਹੜੀਆਂ ਕੁਝ ਪ੍ਰੋਫੈਸਰਾਂ ਦੀਆਂ ਅਸਾਮੀਆਂ ਜਿਹੜੀਆਂ ਸੀ ਉਹ ਵੀ ਇਹਨਾਂ ਨੇ ਪੱਕੀਆਂ ਕੀਤੀਆਂ ਸੀਗੀਆਂ। ਜੀ ਬਿਲਕੁਲ, ਦੇਖੋ ਇਹ ਹੁਣ ਪੱਕੀਆਂ ਤਾਂ ਕਰ ਰਹੇ ਨੇ ਪਰ ਜਿਹੜਾ ਪੱਕਾ ਕੰਮ ਕਰਨਾ ਚਾਹੀਦਾ ਸੀਗਾ, ਜਿਹੜਾ ਅੱਜ ਤੋਂ 4 ਸਾਲ ਪਹਿਲਾਂ ਕੰਮ ਹੋਣਾ ਚਾਹੀਦਾ ਸੀਗਾ, ਉਹ ਐਨ ਨੇੜੇ ਆ ਕੇ ਯਾਨੀ ਕਿ ਇੱਕ ਕਿਸਮ ਦਾ ਗੁੰਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਨਾਲ ਹੋ ਸਕਦਾ ਹੈ ਕਿ ਇਹਦੇ ਵਿੱਚ ਜਦੋਂ ਤੁਸੀਂ ਏਦਾਂ ਹਫੜਾ ਤਫੜੀ 'ਚ ਕੰਮ ਕਰਦੇ ਹੋ ਤਾਂ ਲਾਜ਼ਮੀ ਤੌਰ ਤੇ ਬਹੁਤ ਸਾਰੀਆਂ ਤਰੁੱਟੀਆਂ ਜਿਹੜੀਆਂ ਨੇ, ਕਮੀਆਂ ਜਿਹੜੀਆਂ ਨੇ ਉਹ ਇਦਾਂ ਦੇ ਕੰਮਾਂ 'ਚ ਰਹਿ ਜਾਂਦੀਆਂ ਨੇ ਔਰ ਅਗਲੀ ਸਰਕਾਰ ਦੇ ਸਿਰ ਉਹ ਮੜ ਦਿੱਤੀਆਂ ਜਾਂਦੀਆਂ ਨੇ। ਸੋ ਇਹ ਹਮੇਸ਼ਾ ਹੀ ਹੁੰਦਾ ਆ ਰਿਹਾ ਕਿ ਅਗਲੀ ਜਦੋਂ ਪਿਛਲੀਆਂ ਅਸੀਂ ਸਾਰੀਆਂ ਚੋਣਾਂ ਦੇਖਦੇ ਹਾਂ ਤਾਂ ਉਹਨਾਂ ਚੋਣਾਂ ਦੇ ਨੇੜੇ ਤੇੜੇ ਆ ਕੇ ਇਹ ਸਾਰਾ ਕੁਝ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਅਗਲੇ ਜਿਹੜੀ ਸਰਕਾਰ ਆਉਂਦੀ ਹੈ ਉਹ ਫਿਰ ਇਦਾਂ ਹੀ ਆਪਣੇ ਕੰਮਾਂ ਨੂੰ ਲਟਕਾਉਂਦੀ ਰਹਿੰਦੀ ਹੈ ਔਰ ਪਿਛਲੇ 3-4 ਮਹੀਨਿਆਂ ਦੇ ਵਿੱਚ ਜਿਹੜੇ ਨੇ ਉਹ ਕੰਮ ਕੀਤੇ ਜਾਂਦੇ ਨੇ। ਇਹ ਇੱਕ ਬਹੁਤ ਹੀ ਮਾੜੀ ਪਰੰਪਰਾ ਜਿਹੜੀ ਹੈਗੀ ਹੈ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ ਪਈ ਹੈ, ਜਦੋਂ ਕਿ ਸਰਕਾਰਾਂ ਨੂੰ ਸ਼ੁਰੂ ਤੋਂ ਲੈ ਕੇ ਜਿੱਦਣ ਉਹ ਸਰਕਾਰ ਬਣਦੀ ਹੈ ਉਦੋਂ ਹੀ ਆਪਣੇ ਕੰਮ ਕਰਨੇ ਸ਼ੁਰੂ ਜਿਹੜੇ ਨੇ ਕੀਤੇ ਜਾਣੇ ਚਾਹੀਦੇ ਨੇ ਔਰ ਆਪਣਾ ਮੈਨੀਫੈਸਟੋ ਲਾਗੂ ਕੀਤਾ ਜਾਣਾ ਚਾਹੀਦਾ ਹੈ। ਔਰ ਵੱਡੀ ਗੱਲ ਇਹੀ ਹੈ ਕਿ ਜਿਹੜੀ ਪੰਜਾਬ ਦੇ ਲੋਕ ਇਸ ਵੇਲੇ ਮੰਗ ਕਰ ਰਹੇ ਨੇ ਕਿ ਜਿਹੜਾ ਵੀ ਮੈਨੀਫੈਸਟੋ ਸਰਕਾਰ ਦਿੰਦੀ ਹੈ ਉਹ ਇੱਕ ਕਾਨੂੰਨੀ ਡਾਕੂਮੈਂਟ ਹੋਣਾ ਚਾਹੀਦਾ ਹੈ, ਉਹਦੇ ਉੱਤੇ ਕਾਨੂੰਨੀ ਜਿਹੜਾ ਹੈਗਾ ਕਾਰਵਾਈ ਕੀਤੀ ਜਾਣੀ ਬਣਦੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਇਹ ਨਹੀਂ ਬਣਦਾ ਤਾਂ ਇਦਾਂ ਹੀ ਜਿਹੜੀਆਂ ਸਰਕਾਰਾਂ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਇਦਾਂ ਜਦੋਂ ਚੋਣਾਂ ਦਾ ਦੌਰ ਆਉਂਦਾ ਹੈ, ਚੋਣਾਂ ਦਾ ਸਮਾਂ ਆਉਂਦਾ ਹੈ, ਉਦੋਂ ਇਹ ਆਪਣਾ ਥੋੜਾ ਬਹੁਤ ਕੰਮ ਜ਼ਰੂਰ ਦਿਖਾਈ ਦਿੰਦੀਆਂ ਨੇ, ਕੰਮ ਕਰਦੀਆਂ। ਪਰ ਜੇਕਰ ਇਹ ਕੰਮ ਪਹਿਲਾਂ ਨਹੀਂ ਹੁੰਦੇ ਤਾਂ ਇਹਦੇ ਨਾਲ ਕੀ ਹੁੰਦਾ ਕਿ ਕੰਮ ਨਾਲੋਂ ਘੜਮ ਜ਼ਿਆਦਾ ਜਿਹੜਾ ਹੈਗਾ ਉਹ ਪੈਦਾ ਹੋ ਜਾਂਦਾ ਹੈ, ਯਾਨੀ ਕਿ ਮੁਸ਼ਕਲਾਂ ਜਿਹੜੀਆਂ ਨੇ ਆਉਣ ਵਾਲੀ ਅਗਲੀ ਸਰਕਾਰ ਨੂੰ ਪੈਦਾ ਹੋ ਜਾਂਦੀਆਂ ਨੇ। ਸੋ ਇਸ ਤੋਂ ਬਚਣ ਦੀ ਲੋੜ ਹੁੰਦੀ ਹੈ। ਸਗੋਂ ਪਹਿਲੇ ਦਿਨ ਤੋਂ ਹੀ ਜਦੋਂ ਸਰਕਾਰਾਂ ਬਣਦੀਆਂ ਨੇ ਉਦੋਂ ਤੋਂ ਇਹ ਕੰਮ ਜਿਹੜੇ ਨੇ ਹੋਣੇ ਚਾਹੀਦੇ ਨੇ, ਚਾਹੇ ਉਹ ਤਨਖਾਹਾਂ ਵਧਾਉਣ ਦਾ ਹੈ, ਚਾਹੇ ਪੋਸਟਿੰਗ ਦਾ ਹੋਵੇ, ਚਾਹੇ ਟੀਚਰਾਂ ਦੀ ਭਰਤੀ ਹੋਵੇ, ਪ੍ਰੋਫੈਸਰਾਂ ਦੀ ਭਰਤੀ ਹੋਵੇ, ਜਿਹੜੀ ਵੀ ਭਰਤੀ ਹੋਣੀ ਹੈ
ਉਹ ਪਹਿਲਾਂ ਹੋਣੀ ਚਾਹੀਦੀ ਹੈ, ਨਾ ਕਿ ਆਖਰੀ ਮਹੀਨੇ ਦੇ ਵਿੱਚ। ਜੀ ਗੁਰਪ੍ਰੀਤ ਜੀ। ਤੇ ਪ੍ਰੋਫੈਸਰ ਸਾਹਿਬ, ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਆ ਕਾਫੀ ਭੰਬਲ ਭੁੱਸ 'ਚ ਦਿਖਾਈ ਦੇ ਰਹੀ ਹੈ। ਤੇ ਪਹਿਲਾਂ ਇਹ ਵੀ ਖਬਰਾਂ ਆ ਰਹੀਆਂ ਸੀਗੀਆਂ ਕਿ ਭਗਵੰਤ ਮਾਨ ਦੀ ਗੱਲ ਬਣ ਸਕਦੀ ਹੈ। ਹੁਣ ਲੱਗਦਾ ਹੈ ਕਿ ਗੱਲ ਬਣੇਗੀ ਜਾਂ ਫਿਰ ਕੋਈ ਹੋਰ ਚਿਹਰਾ ਜਿਹੜਾ ਆਮ ਆਦਮੀ ਪਾਰਟੀ ਹੈ ਉਹ ਲੱਭ ਰਹੀ ਹੈ? ਗੁਰਪ੍ਰੀਤ ਜੀ, ਆਮ ਆਦਮੀ ਪਾਰਟੀ ਲਗਾਤਾਰ ਜਿਹੜੀ ਹੈਗੇ ਪਿਛਲੇ ਵਾਰੀ ਵੀ ਉਹਨਾਂ ਨੇ ਵੱਡੀਆਂ ਗਲਤੀਆਂ ਇਹੀ ਕੀਤੀਆਂ ਸੀਗੀਆਂ ਕਿ ਉਹਨਾਂ ਨੇ ਆਪਣਾ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਐਲਾਨਿਆ, ਔਰ ਨਤੀਜਾ ਕੀ ਨਿਕਲਿਆ ਆਪਾਂ ਨੂੰ ਵੀ ਪਤਾ ਹੈ ਕਿ ਉਸ ਵੇਲੇ ਵੀ ਕਈ ਲੋਕ ਸੀਗੇ। ਇੱਕ ਪਾਸੇ ਭਗਵੰਤ ਮਾਨ ਕਹਿੰਦੇ ਸੀਗੇ ਸ਼ਾਇਦ ਮੈਂ ਉਸ ਵੇਲੇ ਮੁੱਖ ਮੰਤਰੀ ਬਣਾ, ਔਰ ਖਹਿਰਾ ਸਾਹਿਬ ਨੂੰ ਲੱਗਦਾ ਸੀਗਾ ਕਿ ਮੈਂ ਬਣ ਜਾਊਂਗਾ। ਇਸੇ ਤਰ੍ਹਾਂ ਫੁਲਕਾ ਸਾਹਿਬ ਨੂੰ ਵੀ ਲੱਗਦਾ ਸੀਗਾ ਕਿ ਮੇਰਾ ਜਿਹੜਾ ਹੈਗਾ ਦਾ ਲੱਗ ਸਕਦਾ ਹੈ। ਸੋ ਇਸੇ ਤਰ੍ਹਾਂ ਕਈ ਚਿਹਰੇ ਸੀਗੇ ਜਿਹੜੇ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਸੀਗੇ, ਪਰ ਇਹ ਚਿਹਰੇ ਹੌਲੀ ਹੌਲੀ ਖਿਸਕਦੇ ਗਏ, ਆਮ ਆਦਮੀ ਪਾਰਟੀ ਤੋਂ ਦੂਰ ਹੁੰਦੇ ਗਏ। ਹੁਣ ਇਸ ਵੇਲੇ ਇੱਕੋ ਇੱਕ ਚਿਹਰਾ ਜਿਹੜੇ ਨੇ ਬਚੇ ਨੇ, ਉਹਨੇ ਭਗਵੰਤ ਮਾਨ ਜੀ। ਸੋ ਜੇਕਰ ਭਗਵੰਤ ਮਾਨ ਜੀ ਨੂੰ ਚਿਹਰਾ ਨਹੀਂ ਐਲਾਨਿਆ ਜਾਂਦਾ ਤਾਂ ਜਿਹੜਾ ਹੈਗਾ ਪਾਰਟੀ ਦੇ ਵਿੱਚ ਕਾਫੀ ਵੱਡਾ ਨੁਕਸਾਨ ਜਿਹੜਾ ਹੈਗਾ, ਦੁਫਾੜ ਹੋ ਸਕਦੀ ਹੈ ਪਾਰਟੀ, ਨੁਕਸਾਨ ਹੋ ਸਕਦਾ ਹੈ ਪਾਰਟੀ ਦਾ। ਸੋ ਇਸ ਕਰਕੇ ਇਸ ਚੀਜ਼ ਨੂੰ ਸਮਝਦੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੇ ਉੱਤੇ ਹੀ ਜਿਹੜਾ ਹੈਗਾ ਦਾ ਖੇਡਿਆ ਜਾਏਗਾ, ਉਹਨਾਂ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਸਕਦਾ ਹੈ। ਸੋ ਉਮੀਦ ਕਰਦੇ ਹਾਂ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਭਗਵੰਤ ਮਾਨ ਹੋਰਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਕੇਜਰੀਵਾਲ ਜੀ ਬਕਾਇਦਾ ਇੱਕ ਵੱਡਾ ਫੰਕਸ਼ਨ ਕਰਕੇ ਹੋ ਸਕਦਾ ਹੈ ਕਿ ਐਲਾਨ ਦੇਣ। ਇਦਾਂ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ ਗੁਰਪ੍ਰੀਤ ਜੀ। ਤੇ ਡਾਕਟਰ ਸਾਹਿਬ, ਫਿਰ ਇਸ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ ਉਹਦਾ ਕੀ ਕਾਰਨ ਹੈ? ਕਿਤੇ ਇਹ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਇਹ ਵੀ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਜਿਹੜਾ ਕਿਸਾਨ ਮੋਰਚਾ ਹੈ, ਕਿਸਾਨ ਸਮਾਜ ਮੋਰਚਾ ਜਿਹੜਾ ਰਾਜੇਵਾਲ ਹੁਣੀ ਉਹਨਾਂ ਨਾਲ ਸਮਝੌਤਾ ਕਰ ਸਕਦੇ ਨੇ ਆਮ ਆਦਮੀ ਪਾਰਟੀ, ਤੇ ਕਿਤੇ ਨਾ ਕਿਤੇ ਰਾਜੇਵਾਲ ਨੇ ਜਿਹੜੇ ਉਹ ਵੀ ਹੋ ਸਕਦੇ ਨੇ ਆਮ ਆਦਮੀ ਮਤਲਬ ਦੋਵੇਂ ਗੱਠਜੋੜ ਦੇ ਵਿੱਚੋਂ ਮੁੱਖ ਮੰਤਰੀ ਦੇ ਉਮੀਦਵਾਰ, ਇਸ ਲਈ ਦੇਰੀ ਹੋ ਰਹੀ ਹੈ, ਇਹ ਵੀ ਕਾਰਨ ਲੱਗਦੇ ਨੇ? ਦੇਖੋ, ਕਿਸੇ ਵੇਲੇ ਜ਼ਰੂਰ ਇਹ ਕਿਹਾ ਜਾਂਦਾ ਸੀਗਾ ਕਿ ਰਾਜੇਵਾਲ ਸਾਹਿਬ ਜਾਂ ਜੋ ਸੰਯੁਕਤ ਸਮਾਜ ਮੋਰਚਾ ਕਿਸਾਨਾਂ ਨੇ ਬਣਾਇਆ ਹੈ, ਲਗਭਗ 22 ਜਥੇਬੰਦੀਆਂ ਨੇ, ਤਾਂ ਲੱਗਦਾ ਸੀਗਾ ਕਿ ਸ਼ਾਇਦ ਉਹਨਾਂ ਦੇ ਨਾਲ ਗੱਠਜੋੜ ਹੋ ਜਾਏਗਾ ਆਮ ਆਦਮੀ ਪਾਰਟੀ ਦਾ। ਪਰ ਉਹ ਕਿਸੇ ਕਾਰਨ ਉਹ ਜਿਹੜੀ ਇੱਕ ਸਮਝੌਤਾ ਸੀਗਾ ਉਹ ਸਿਰੇ ਨਹੀਂ ਚੜਿਆ, ਜਿਹਦੇ ਕਰਕੇ ਹੁਣ ਸੰਭਾਵਨਾਵਾਂ ਬਹੁਤ ਘਟ ਗਈਆਂ ਨੇ। ਕਿਉਂਕਿ ਸੰਯੁਕਤ ਸਮਾਜ ਮੋਰਚੇ ਦੇ ਵਿੱਚੋਂ ਹੀ ਇਦਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਸਾਨੂੰ ਇਕੱਲਿਆਂ ਚੋਣ ਲੜਨੀ ਚਾਹੀਦੀ ਹੈ, ਸਾਨੂੰ ਕਿਸੇ ਪਾਰਟੀ ਦੇ ਨਾਲ ਨਹੀਂ ਰਲਣਾ ਚਾਹੀਦਾ। ਔਰ ਜੇਕਰ ਰਾਜੇਵਾਲ ਇਕੱਲੇ ਹੋ ਕੇ ਇਦਾਂ ਦਾ ਫੈਸਲਾ ਲੈਂਦੇ ਨੇ ਤਾਂ ਉਮੀਦ ਹੈ ਕਿ ਰਾਜੇਵਾਲ ਸਾਹਿਬ ਦਾ ਵੀ ਵਿਰੋਧ ਹੋ ਸਕਦਾ ਹੈ ਕਿਸਾਨ ਮੋਰਚੇ ਦੇ ਰਾਹੀਂ। ਸੋ ਕਹਿਣ ਦਾ ਮਤਲਬ ਹੈ ਕਿ ਇਹ ਚੈਪਟਰ ਹੁਣ ਲਗਭਗ ਬੰਦ ਹੋਣ ਕਿਨਾਰੇ ਆ। ਉਧਰ ਦੂਜੇ ਪਾਸੇ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਲਿਸਟ ਦੇਖਦੇ ਹਾਂ, ਲਗਭਗ 100 ਤੋਂ ਵੱਧ ਉਹਨਾਂ ਨੇ ਆਪਣੇ ਉਮੀਦਵਾਰ ਐਲਾਨ ਕਰ ਚੁੱਕੇ ਨੇ ਉਹ। ਸੋ ਇਸ ਕਰਕੇ ਕਾਫੀ ਘੱਟ ਸੰਭਾਵਨਾਵਾਂ ਨੇ ਕਿ ਰਾਜੇਵਾਲ ਸਾਹਿਬ ਜਾਂ ਸੰਯੁਕਤ ਸਮਾਜ ਮੋਰਚਾ ਦਾ ਗੱਠਜੋੜ ਆਮ ਆਦਮੀ ਨਾਲ ਹੋ ਸਕੇ। ਇਦਾਂ ਦੀਆਂ ਸੰਭਾਵਨਾਵਾਂ ਨਹੀਂ ਹੁਣ ਦਿਖ ਰਹੀਆਂ। ਹਾਂ, ਕਿਸੇ ਵੇਲੇ ਜ਼ਰੂਰ ਦਿਖਾਈ ਦਿੰਦੀਆਂ ਸੀ। ਹੁਣ ਸਿਰਫ ਤੇ ਸਿਰਫ ਇੱਕੋ ਹੀ ਜਿਹੜਾ ਹੈਗਾ ਉਮੀਦਵਾਰ ਬਚਿਆ ਹੈ, ਮੁੱਖ ਮੰਤਰੀ ਦਾ ਚਿਹਰਾ ਬਚਿਆ ਹੈ, ਉਹ ਹੈ ਭਗਵੰਤ ਮਾਨ। ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਹਰ ਪਾਰਟੀ ਦੀ ਆਪਣੀ ਸਟ੍ਰੈਟਜੀ ਹੁੰਦੀ ਹੈ ਕਿ ਉਹ ਕਿਸ ਵੇਲੇ ਮੁੱਖ ਮੰਤਰੀ ਦਾ ਚਿਹਰਾ ਐਲਾਨਦੀ ਹੈ। ਜਿਵੇਂ ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ 17 ਦੇ ਵਿੱਚ ਕਾਂਗਰਸ ਨੇ ਐਨ ਆਖਰੀ ਮੌਕੇ ਤੇ ਕੈਪਟਨ ਸਾਹਿਬ ਨੂੰ ਅੱਗੇ ਲਿਆਂਦਾ ਸੀਗਾ ਮੁੱਖ ਮੰਤਰੀ ਦੇ ਤੌਰ ਤੇ। ਇਸੇ ਤਰ੍ਹਾਂ ਕਿਉਂਕਿ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਬਿਲਕੁਲ ਤੰਦਰੁਸਤ ਸੀਗੇ, ਇਸ ਕਰਕੇ ਉਹਨਾਂ ਨੇ ਆਪਣਾ ਚਿਹਰਾ ਦਿੱਤਾ। ਔਰ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਬੀਜੇਪੀ ਨੇ ਅਜੇ ਤੱਕ ਚਿਹਰਾ ਆਪਣਾ ਨਹੀਂ ਐਲਾਨਿਆ ਮੁੱਖ ਮੰਤਰੀ ਦਾ। ਸੋ ਕਹਿਣ ਦਾ ਮਤਲਬ ਹੈ ਕਿ ਹਜੇ ਕੋਈ ਬਹੁਤੀ ਦੇਰ ਨਹੀਂ ਹੋਈ, ਹਜੇ ਚੋਣ ਜ਼ਾਬਤਾ ਵੀ ਨਹੀਂ ਲੱਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਜਲਦੀ ਸਭ ਤੋਂ ਪਹਿਲਾਂ ਇਹ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰੇਗੀ। ਇਦਾਂ ਦੀਆਂ ਜ਼ਿਆਦਾ ਸੰਭਾਵਨਾਵਾਂ ਲੱਗ ਰਹੀਆਂ ਨੇ ਗੁਰਪ੍ਰੀਤ ਜੀ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਜਿਹੜੇ ਸ਼ਹੀਦ ਕਿਸਾਨ ਸੀ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇ ਦਿੱਤੀਆਂ ਨੇ ਤੇ 295 ਦੇ ਵਿੱਚੋਂ 250 ਦੇ ਕਰੀਬ ਤਾਂ ਚਪੜਾਸੀ ਲਾਤੇ, ਕੀ ਲੱਗਦਾ ਹੈ ਪੰਜਾਬ ਸਰਕਾਰ ਨੇ ਮਜ਼ਾਕ ਕੀਤਾ ਕਿਸਾਨਾਂ ਦੇ ਨਾਲ? ਗੁਰਪ੍ਰੀਤ ਜੀ, ਕਿਸੇ ਵੇਲੇ ਕਾਂਗਰਸ ਨੇ ਕਿਹਾ ਸੀਗਾ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਫਾਰਮ ਭਰਾਏ ਸੀਗੇ, ਤੁਹਾਨੂੰ ਵੀ ਯਾਦ ਹੋਏਗਾ, ਔਰ ਕੈਪਟਨ ਸਾਹਿਬ ਨੇ ਬਕਾਇਦਾ ਸਾਈਨ ਕੀਤੇ ਸੀਗੇ ਕਿ ਹਰ ਘਰ ਨੌਕਰੀ ਅਸੀਂ ਦੇਵਾਂਗੇ। ਸੋ ਹੋਇਆ ਕੀ, ਆਪਾਂ ਸਾਰੇ ਜਾਣਦੇ ਆ ਕਿ ਨਾ ਤਾਂ ਕਿਸੇ ਨੂੰ ਨੌਕਰੀ ਮਿਲੀ, ਨਾ ਇੱਕ ਘਰ ਛੱਡ ਕੇ ਮਿਲੀ, ਨਾ 2 ਘਰ ਛੱਡ ਕੇ ਮਿਲੀ, ਨਾ 3 ਘਰ ਛੱਡ ਕੇ ਮਿਲੀ।
ਔਰ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਦਾਂ ਦੀਆਂ ਜਿਹੜੇ ਕਿਸਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ, ਇਹ ਵੀ ਬਿਲਕੁਲ ਚਪੜਾਸੀ ਦੀਆਂ ਨੌਕਰੀਆਂ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਆਪਣੇ ਰਿਸ਼ਤੇਦਾਰ ਸੀ, ਆਪਣੇ ਧੀ ਪੁੱਤ ਸੀਗੇ, ਉਹਨਾਂ ਨੂੰ ਵੱਡੀਆਂ ਨੌਕਰੀਆਂ ਦਿੱਤੀਆਂ ਗਈਆਂ। ਉਹਨਾਂ ਨੂੰ A ਗ੍ਰੇਡ ਦਰਜੇ ਦੀਆਂ ਜਿਹੜੀਆਂ ਸੀਗੀਆਂ ਨੌਕਰੀਆਂ ਦਿੱਤੀਆਂ ਗਈਆਂ। DSP ਲਗਾਇਆ ਗਿਆ ਕਿਸੇ ਨੂੰ ਚੇਅਰਮੈਨੀਆਂ ਦਿੱਤੀਆਂ ਗਈਆਂ ਆਪਣੇ ਪੁੱਤ ਪੋਤਿਆਂ ਨੂੰ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਇਹ ਇਦਾਂ ਦਾ ਤਬਕਾ ਹੈ, ਔਰ ਦੂਜੇ ਪਾਸੇ ਜਿਹੜੇ ਗਰੀਬ ਲੋਕ ਨੇ, ਜਿਹੜੇ ਡਿਜ਼ਰਵ ਕਰ ਰਹੇ ਨੇ, ਉਹ ਅੱਜ ਕੁੱਟ ਖਾ ਰਹੇ ਨੇ ਸੜਕਾਂ ਦੇ ਉੱਤੇ। ਚਾਹੇ ਅਧਿਆਪਕ ਹੋਣ, ਚਾਹੇ ਡਾਕਟਰ ਸਾਹਿਬਾਨ ਹੋਣ, ਚਾਹੇ ਪ੍ਰੋਫੈਸਰ ਸਾਹਿਬਾਨ ਹੋਣ, ਜਾਂ ਕੋਈ ਹੋਰ ਜਿਹੜੇ ਵੱਖ-ਵੱਖ ਕਰਮਚਾਰੀ ਹੋਣ, ਉਹ ਹਰ ਰੋਜ਼ ਕਿਤੇ ਟੈਂਕੀਆਂ ਤੇ ਚੜ੍ਹਦੇ ਨੇ, ਕਿਤੇ ਨਹਿਰਾਂ 'ਚ ਛਾਲਾਂ ਮਾਰਦੇ ਨੇ, ਕਿਤੇ ਉੱਪਰੋਂ ਜਿਹੜਾ ਹੈਗਾ ਹਸਪਤਾਲਾਂ ਤੋਂ ਜਿਹੜੀਆਂ ਨਰਸਾਂ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਵੀ ਛਾਲਾਂ ਮਾਰੀਆਂ ਨੇ। ਸੋ ਚਾਹੇ ਆਂਗਣਵਾੜੀ ਦੀਆਂ ਬੀਬੀਆਂ ਹੋਣ। ਸੋ ਕਹਿਣ ਦਾ ਮਤਲਬ ਹੈ ਕਿ ਹਰ ਤਬਕਾ ਇਸ ਵੇਲੇ ਨੌਕਰੀ ਦੇ ਲਈ ਜਿਹੜਾ ਹੈਗਾ ਤਰਾਹ ਕਰ ਰਿਹਾ ਹੈ, ਸੜਕਾਂ ਤੇ ਹੈ। ਸੋ ਦੂਜੇ ਪਾਸੇ ਕਿਸਾਨਾਂ ਨੂੰ ਜਿਹੜਾ ਕਿਹਾ ਜਾਂਦਾ ਸੀਗਾ ਕਿ ਅਸੀਂ ਤੁਹਾਨੂੰ ਨੌਕਰੀ ਦੇਵਾਂਗੇ, ਅਸੀਂ ਤੁਹਾਡੇ ਕਰਜ਼ੇ ਮਾਫ ਕਰਾਂਗੇ, ਉਹ ਵਿਚਾਰੇ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਨੇ। ਔਰ ਇਸ ਲਈ ਕੀ ਹੋ ਰਿਹਾ ਕਿ ਚਪੜਾਸੀ ਦੀਆਂ ਨੌਕਰੀ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਕਿਸਮ ਦੀ ਜਿਹੜੀ ਹੈਗੀ ਹੈ, ਇਹ ਕਿਸਾਨਾਂ ਦੇ ਨਾਲ ਨਿਆਏ ਕੀਤਾ ਜਾ ਰਿਹਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀ ਨੌਕਰੀਆਂ ਉਹਨਾਂ ਨੂੰ ਮੈਰਿਟ ਦੇ ਅਨੁਸਾਰ ਮਿਲਣੀਆਂ ਚਾਹੀਦੀਆਂ ਸੀਗੀਆਂ, ਉਹ ਬਿਲਕੁਲ ਲੋਅਰ ਲੈਵਲ ਦੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਸੋ ਇਹ ਮਾੜੀ ਗੱਲ ਹੈ। ਕਿਸਾਨਾਂ ਨੇ ਆਹੂਤੀ ਦਿੱਤੀ, ਆਪਣੀਆਂ ਜ਼ਿੰਦਗੀਆਂ ਲਾਈਆਂ ਨੇ, ਔਰ ਲਗਭਗ 1.5 ਸਾਲ ਉਹ ਲਗਾਤਾਰ ਸਰਕਾਰਾਂ ਦੇ ਖਿਲਾਫ ਉਹਨਾਂ ਨੇ ਸੜਕਾਂ ਦੇ ਉੱਤੇ ਆ ਕੇ, ਝੱਖੜਾਂ ਦੇ ਵਿੱਚ, ਮੀਂਹ ਦੇ ਵਿੱਚ, ਹਨੇਰਿਆਂ ਦੇ ਵਿੱਚ ਉਹ ਡਟੇ ਰਹੇ ਨੇ। ਸੋ ਉਹਨਾਂ ਦੀ ਕੁਰਬਾਨੀ ਦਾ ਜਿਹੜਾ ਮੁੱਲ ਪਾਇਆ ਜਾ ਰਿਹਾ ਹੈ, ਉਹ ਬਹੁਤ ਤੁੱਛ ਹੈ, ਬਹੁਤ ਥੋੜਾ ਹੈ। ਸੋ ਸਰਕਾਰ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਔਰ ਜਿਹੜੇ ਵੀ ਕਿਸਾਨਾਂ ਦੇ ਬੱਚੇ ਜਿਸ ਕਿਸਮ ਦੀ ਨੌਕਰੀ ਦੇ ਲਈ ਡਿਜ਼ਰਵ ਕਰਦੇ ਨੇ, ਉਹਨਾਂ ਨੂੰ ਮੈਰਿਟ ਦੇ ਅਨੁਸਾਰ ਜਿਹੜੀ ਹੈਗੀ ਹੈ ਜੌਬ ਮਿਲਣੀ ਚਾਹੀਦੀ ਹੈ, ਨਾ ਕਿ ਵਾਢਿਓ ਲਾ ਜਿਹੜਾ ਹੈਗਾ ਇਦਾਂ ਹੀ ਜਿਹੜਾ ਹੈਗਾ ਚਪੜਾਸੀ ਦੀ ਨੌਕਰੀ ਦੇ ਕੇ ਆਪਣਾ ਜਿਹੜਾ ਹੈਗਾ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਸਰਕਾਰ। ਇਦਾਂ ਨਹੀਂ ਹੋਣਾ ਚਾਹੀਦਾ ਗੁਰਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ। ਤੁਸੀਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਤੇ ਖਬਰ ਸਵੇਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਏ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਜੀ। ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਤੇ ਆਪਣੇ ਵਿਚਾਰ ਨੇ ਜਿਹੜੇ ਉਹ ਸਾਂਝੇ ਕੀਤੇ। ਤੇ ਫਿਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ। ਹੁਣ ਦਿਓ ਇਜਾਜ਼ਤ, ਧੰਨਵਾਦ।